बिस्मिल्लाहिर्रहमानिर्रहीम। मैं मोहम्मद सरफराज इस वेले 141 RB सदर आला वटुआ तहसील चक झुमरा ज़िला फैसलाबाद मौजूद हैं जनाब उमर दराज वटू साहब के फार्म ते। इन्हों ने कल पपीते की काश्त की है। इन्हों का बड़ा बाग भी है जी, वो भी दिखा दें। उमर दराज साहब ये किहड़ी वैरायटी है? ये सर बिग डैडी है। ਇਹਨੂੰ ਬਿਗ ਡੈਡੀ ਕਹਿੰਦੇ ਜੀ। ਇਹ ਸਹੇਲ ਸਾਹਿਬ ਨੇ ਨਾਂ ਪੁੱਠਾ ਜਿਹਾ ਹੀ ਰੱਖ ਦਿੱਤਾ। ਦੱਸੋ ਹੁਣ ਸਾਡੇ ਤੋਂ ਪਪੀਤੇ ਨੂੰ ਕੀ ਕੁਹਾਣ ਲੱਗ ਪਿਆ। ਚਲੋ ਮੌਜ ਇਹਨਾਂ ਦੀ। ਤੀਸਰਾ ਦਿਨ ਹੈ ਜੀ ਇਸ ਨੂੰ ਲਾਇਆ ਨਾ। ਅੱਛਾ ਜੀ। ਔਰ ਇਹ ਬਿਗ ਡੈਡੀ ਹੈ ਸਰ। ਅੱਛਾ ਜੀ। ਔਰ ਇਹ 9/6 ਤੇ ਲਗਾਇਆ ਹੈ। 9/6 ਤੇ 9/6 ਤੇ ਇਸ ਤਰ੍ਹਾਂ ਅਗਰ ਪਲਾਟ ਹੈ ਹਾਂਜੀ ਬਿਟਵੀਨ ਇਹ 9 ਫੀਟ ਹੈ। ਇਸ ਤਰ੍ਹਾਂ ਲਾਈਨ ਕਰੀਏ ਇਹ 6 ਫੀਟ। ਪੌਦੇ ਤੋਂ ਪੌਦਾ 6 ਫੁੱਟ ਆ, ਲਾਈਨ ਤੋਂ ਲਾਈਨ 9 ਫੁੱਟ ਆ। ਇਹ 9 ਫੁੱਟ ਇੱਕ ਤੇ ਹਵਾ ਵੀ ਦੇਗਾ ਤੇ ਦੂਸਰਾ ਇਹਦੇ ਵਿੱਚੋਂ ਟਰੈਕਟਰ ਲੰਘ ਜਾਏਗਾ ਕਿ ਨਹੀਂ? ਲੰਘ ਜਾਏਗਾ ਜੀ ਇਨਸ਼ਾਅੱਲਾ, ਲੰਘ ਜਾਏਗਾ ਇਨਸ਼ਾਅੱਲਾ। ਛੋਟਾ ਰੂਟਾਵੇਟਰ ਹੈ ਸਾਡੇ ਕੋਲ। ਅੱਛਾ ਜੀ। ਲੱਗਦਾ ਹੀ ਰਹੇਗਾ। ਤੁਹਾਡਾ ਬਾਗ ਹੈ ਜੀ ਦੂਸਰਾ ਬੜਾ ਵੀ ਜੀ, ਇੱਥੇ ਹੀ ਅਸੀਂ ਖਲੋਤੇ ਦਿਖਾਲਦੇ ਹਾਂ ਜੀ। ਹਾਂਜੀ ਇਹ ਰੈਲੇਡੀ ਨਾਲ ਹੀ ਤਾਰਫ ਹੋ ਜਾਏ ਭਾਈ ਜੀ। ਤੁਹਾਡਾ ਕੀ ਨਾਂ? ਸੈਫੁੱਲਾ ਵੱਟੂ। ਹਾਂਜੀ ਇਵੇਂ ਹੀ ਗੱਲ। ਸਰਜਾ ਵੱਟੂ। ਇਹ ਜੀ ਮਲਕ ਸਰਜਾ ਵੱਟੂ ਜੀ ਇਲਾਕੇ ਦੀ ਮਸ਼ਹੂਰ ਮਰੂਫ ਹਸਤੀ ਹੈ ਜਨਾਬ। ਅੱਲਾ ਦਿੱਤਾ ਵੱਟੂ ਸਾਹਿਬ। ਵੱਟੂਆਂ ਦਾ ਪਿੰਡ ਹੈ ਜੀ, ਇੱਥੇ ਵੱਟੂ ਹੀ ਹੋਣੇ ਆ। ਇਹ ਇਹਨਾਂ ਦਾ ਵੱਡਾ ਬਾਗ ਹੈ ਜੀ, ਰੈੱਡ ਲੇਡੀ ਦਾ। 6ਵੇਂ ਮਹੀਨੇ ਚ ਜੀ। ਇਹ ਕਿਹੜੇ ਮਹੀਨੇ ਚ ਲਾਇਆ ਸੀ ਜੀ? ਇਹ ਜੀ 12 ਅਪ੍ਰੈਲ ਨੂੰ ਸ਼ਿਫਟ ਕੀਤੇ ਸੀ ਪਲਾਂਟ। 12 ਅਪ੍ਰੈਲ ਨੂੰ। ਚਲੋ ਜੀ ਅਸੀਂ ਥੋੜਾ ਜਿਹਾ ਲਾਲਚ ਕਰਕੇ ਛਾਵੇਂ ਖਲੋ ਗਏ ਆ। ਇਹਨਾਂ ਦੇ ਬਾਗ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਹੈ ਨਾ ਜੀ ਮੈਨੂੰ ਚੀਜ਼ ਪਸੰਦ ਆਈ ਆ। ਚਲੋ ਖਾਲਿਆਂ ਤੇ ਨਜ਼ਰ ਆਉਂਦਾ ਸਫਾਈ ਬਹੁਤ ਆਲਾ। ਉਮਰ ਦਰਾਜ ਸਾਹਿਬ ਪਹਿਲਾਂ ਤਾਂ ਇਹ ਦੱਸੋ ਇੰਨੀ ਸਫਾਈ ਤੁਸੀਂ ਕਿਸ ਤਰ੍ਹਾਂ ਮੁਮਕਿਨ ਨਹੀਂ ਇੰਨੀਆਂ ਬਾਰਿਸ਼ਾਂ ਤੋਂ ਬਾਅਦ ਇੰਨੀ ਸਫਾਈ, ਇਹ ਕੀ ਤੁਸੀਂ ਜਾਦੂ ਕੀਤਾ ਹੈ? ਇਹ ਸਰ ਜਾਦੂ ਕੋਈ ਨਹੀਂ ਕੀਤਾ, ਮਿਹਨਤ ਹੈ। ਸਰਜਾ ਜੀ ਛਾਵੇਂ ਆ ਜਾਓ। ਔਰ ਮੈਂ ਪਸੰਦ ਕਰਨਾ ਜੀ ਇਹ ਬਾਗ ਕਿਹੜਾ ਬਿਲਕੁਲ ਕਲੀਨ ਹੋਣਾ ਚਾਹੀਦਾ। ਮੈਂ ਇਹ ਵੀ ਪਸੰਦ ਨਹੀਂ ਕਰਦਾ ਕਿ ਇਹਦੇ ਵਿੱਚ ਇੱਕ ਤੰਦ ਵੀ ਤੱਲੇ ਦੀ ਹੋਵੇ ਜਾਂ ਘਾਹ ਦੀ। ਅੱਛਾ ਜੀ, ਤੁਸੀਂ ਇਹ ਮਿਹਨਤ ਕੀ ਕੀਤੀ ਹੈ? ਇਹਨੂੰ ਕਿਸ ਤਰ੍ਹਾਂ ਘਾਹ ਨੂੰ ਖਤਮ ਕੀਤਾ? ਸਾਡੇ ਤੋਂ ਤਾਂ ਹੁੰਦਾ ਇਹਦੇ ਨਹੀਂ। ਉੱਤੇ ਸਰ ਸਭ ਤੋਂ ਪਹਿਲੇ ਪੈਰਾਕੂਟ ਸਪਰੇ ਮਾਰੀਏ। ਅੱਛਾ ਜੀ। ਸਪਰੇ ਮਸ਼ੀਨ ਕੇ ਸ਼ੀਟ ਚਾੜ ਕੇ ਤਾਂ ਕਿ ਪੌਦਿਆਂ ਤੇ ਨਾ ਲੱਗੇ। ਪੌਦਿਆਂ ਤੇ ਨਾ ਜਾ, ਬਹੁਤ ਇhtiyat ਦੇ ਨਾਲ। ਹਾਂਜੀ। ਉਸ ਤੋਂ ਬਾਅਦ ਰੂਟਾਵੇਟਰ ਚਲਾਇਆ ਪਲਾਟਾਂ ਦੇ ਵਿੱਚ, ਛੋਟਾ ਰੂਟਾਵੇਟਰ ਮਸ਼ੀਨ ਹੱਥ ਨਾਲ ਚੱਲਦਾ? ਹੱਥ ਨਾਲ ਚੱਲਦਾ। ਉਹ ਕਹਿੰਦੇ ਚਲਾਉਣਾ ਬਹੁਤ ਮੁਸ਼ਕਲ ਹੁੰਦਾ, ਕੋਈ ਹੈ ਮਾਮਲਾ? ਐਡਾ ਮੁਸ਼ਕਲ ਕੋਈ ਨਹੀਂ ਜੀ। ਉਹ ਬਸ ਹੁੰਦੇ ਗੇਅਰਾਂ ਦਾ ਹੀ ਹੁੰਦਾ, ਥੋੜਾ ਜਿਹਾ ਉਹਨੂੰ ਕੰਟਰੋਲ ਕਰਨਾ ਹੁੰਦਾ। ਜਿਸ ਤਰ੍ਹਾਂ ਇੱਕ ਰਿਕਸ਼ੇ ਦਾ ਡਰਾਈਵਰ ਨਹੀਂ ਹੁੰਦਾ, ਹਾਂਜੀ, ਉਹ ਚਲਾਣਾ ਸਿੱਖ ਜਾਵੇ, ਉਹ ਚਲਾ ਲੈਂਦਾ। ਜਿਸ ਤਰ੍ਹਾਂ ਰਿਕਸ਼ੇ ਵਾਲੇ ਚਲਾਉਣ ਲੱਗ ਪੈਂਦੇ ਨੇ ਜੀ। ਆ ਜਿਹੜਾ ਚਿੰਗਚੀ ਬਣਿਆ ਉਹਦਾ ਹੁੰਦਾ ਚੈਨ ਇੱਕ ਤਰਫ ਤੇ ਉਹ ਇੱਕ ਸਾਈਡ ਤੇ ਖਿੱਚਦਾ ਤੇ ਉਹ ਬੰਦਿਆਂ ਨੂੰ ਆ ਜਾਂਦਾ। ਹਾਂ ਬਸ ਇਸ ਤਰ੍ਹਾਂ ਸਾਡੇ ਪਿੰਡ ਦਾ ਮੁੰਡਾ ਉਹਨੂੰ ਟ੍ਰੇਨ ਕੀਤਾ ਸੀ, ਮੁਸੱਲੀ ਮੁੰਡਾ। ਹਾਂਜੀ। ਹਫੀਜ਼ ਆਪਰੇਟਰ ਹੁੰਦਾ। ਹਫੀਜ਼ ਆਪਰੇਟਰ ਹੈ ਜੀ। ਹਾਂਜੀ। ਉਹ ਮਾਰਦਾ ਜਦੋਂ ਵੀ ਅਸੀਂ ਕਹਿੰਨੇ ਆ। ਅੱਛਾ ਜੀ। ਉਹ ਫਿਰ ਚੰਗੀ ਸੁਤਰਾ ਕੇ ਮਾਰਦਾ ਜੀ। ਗਾਹ ਗੂ ਬਚਦਾ ਹੀ ਕੋਈ ਨਹੀਂ ਪਿੱਛੇ। 2-2 3 ਵਾਰੀ ਟਪਾਉਂਦਾ ਪਲਾਟ ਚੋਂ। ਇਹ 1 ਘੰਟੇ ਦੇ ਵਿੱਚ 1.5 ਪੈਲੀ ਤੇ ਮਾਰਿਆ ਸੀ। ਵਾਹ ਜੀ ਵਾਹ, 1 ਘੰਟੇ 1.5 ਪੈਲੀ ਉਹ ਕੱਢ ਜਾਂਦਾ। ਮੈਂ ਕਹਿੰਦਾ ਜੀ ਲੱਗਦਾ ਜਿਵੇਂ ਟਰੈਕਟਰ ਚੱਲ ਰਿਹਾ ਹੈ। ਡਰਾਈਵਰ ਐਕਸਪਰਟ ਹੋਣਾ ਚਾਹੀਦਾ ਤੇ ਮਸ਼ੀਨਰੀ 'ਚ ਵੀ ਜਾਨ ਹੋਣੀ ਚਾਹੀਦੀ। ਨਵੀਂ ਮਸ਼ੀਨ ਹੈ ਜੀ, ਨਵੀਂ ਮਸ਼ੀਨ ਹੈ। ਕਦੋਂ ਲਈ ਸੀ ਇਹ ਜੀ? ਲਈ ਸੀ ਅਸੀਂ 4 ਮਹੀਨੇ ਪਹਿਲੇ ਲਈ ਸੀ। ਕਿੰਨੇ ਹਾਰਸ ਪਾਵਰ ਦਾ ਇੰਜਣ ਹੈ? 7 ਹਾਰਸ ਪਾਵਰ ਦਾ। 7 ਹਾਰਸ ਪਾਵਰ ਦਾ ਇੰਜਣ ਹੈ। ਕਿਹੜੀ ਕੰਪਨੀ ਦੀ ਹੈ? ਕਿਹੜੀ ਕੰਪਨੀ ਦੀ ਦੁਬਾਰਾ ਦੱਸਿਓ? ਵੀਮਾ ਕੰਪਨੀ ਦੀ ਹੈ, ਚਾਈਨਾ ਦੀ ਹੈ। 7 HP ਹੈ। 7 ਹਾਰਸ ਪਾਵਰ ਹੋ ਗਿਆ। ਹਾਂਜੀ। ਤੇ ਕਿੰਨੇ ਕੁ ਦੀ ਆ ਗਈ ਸੀ? ਇਹ ਜੀ ਆਈ ਸੀ 55,000। 55,000 ਦੀ ਅਗਰ ਮਸ਼ੀਨ ਇੰਨੀ ਸਫਾਈ ਕਰਦੀ ਹੈ ਤਾਂ ਫਿਰ ਬਿਹਤਰੀਨ ਕੰਮ ਹੈ ਜੀ। ਠੀਕ ਹੈ ਜੀ। ਥੋੜਾ ਜਿਹਾ ਹੁਣ ਅੱਗੇ ਚੱਲੀਏ ਜੀ, ਤੁਹਾਡੇ ਪੌਦਿਆਂ ਦੀ ਸਿਹਤ ਦੇਖੀਏ। ਹਾਂਜੀ ਦੋਨੇ ਪੌਦਿਆਂ ਦੀ। ਇੱਧਰ ਜੀ ਤੁਸੀਂ ਇਸ ਸਾਈਡ ਤੇ ਹੋ ਜਾਵੇ ਨਾ, ਉਧਰੋਂ ਫਿਰ ਇਹ ਫੋਟੋ ਇਸ ਸਾਈਡ ਤੋਂ ਠੀਕ ਹੁੰਦਾ। ਅੱਗੋਂ ਸੂਰਜ ਹੈ ਨਾ ਸਾਹਮਣੇ ਤੋਂ। ਸੂਰਜ ਸਾਹਮਣੇ ਨਾ ਪਵੇ। ਲਓ ਜੀ, ਅਸੀਂ ਬਾਗ ਦੇ ਵਿੱਚ ਹੁਣ ਖੜੇ ਹਾਂ। ਇਹ ਤੁਸੀਂ 7 ਮਹੀਨਿਆਂ ਦੇ ਵਿੱਚ ਜਿਸ ਵੇਲੇ ਨਰਸਰੀ ਖੇਤ 'ਚ ਮੁੰਤਕਿਲ ਕੀਤੀ ਹੈ, ਉਹਦੇ ਤੋਂ ਬਾਅਦ ਇਹਨੂੰ ਕੀ ਕੀਤਾ ਇਹ ਜ਼ਰਾ ਦੱਸੋ ਤਫਸੀਲ। ਇਹਨੂੰ ਸਾਰਾ ਅਸੀਂ ਦੂਸਰੇ ਪਾਣੀ ਤੇ ਪਹਿਲਾ ਪਾਣੀ ਵੈਸੇ ਲਾਇਆ ਸੀ ਸਿੰਪਲ ਹੀ। ਦੂਸਰੇ ਪਾਣੀ ਦੇ ਨੂੰ ਕਾਪਰ ਸਲਫੇਟ ਪਾਇਆ ਸੀ। ਅੱਛਾ ਜੀ। ਔਰ ਇਲੀਅਟ ਪਾਈ ਸੀ। ਅੱਛਾ ਜੀ। ਇਲੀਅਟ ਕਿੰਨੀ ਪਾਈ ਤੇ ਕਾਪਰ ਸਲਫੇਟ ਕਿੰਨਾ ਪਾਇਆ? ਇਲੀਅਟ 250 ਗ੍ਰਾਮ ਪਰ ਏਕੜ ਪਾਇਆ ਸੀ। ਕਾਪਰ ਸਲਫੇਟ ਕਿਹੜਾ ਉਹ ਵੀ 2 ਤੋਂ 3 kg ਅਰਾਊਂਡ 2.5 kg। ਕਾਪਰ ਸਲਫੇਟ ਉਹਨੂੰ ਨੀਲੇ ਥੋਥੇ ਨੂੰ ਕਹਿੰਦੇ? ਅੱਛਾ ਜੀ। ਬਿਲਕੁਲ ਉਹ ਪਾਇਆ ਸੀ। ਹਾਂਜੀ। ਫਿਰ ਜਦੋਂ ਤੀਸਰਾ ਪਾਣੀ ਤਾਂ ਫਿਰ ਇਹਨੂੰ ਖਾਦ ਅਸੀਂ ਫਰਟੀਲਾਈਜ਼ ਸ਼ੁਰੂ ਕਰਤੀ ਸੀ। ਠੀਕ ਹੈ ਜੀ। ਹਾਂ ਨਾਈਟਰੋ ਤੇ ਡੀਏਪੀ ਪਾਈਏ ਫਸਟ ਟਾਈਮ। ਉਸ ਤੋਂ ਬਾਅਦ ਫਿਰ ਰੈਗੂਲਰ ਨਾਈਟਰੋ, ਕਦੀ ਨਾਲ ਪੋਟਾਸ਼, ਕਦੀ ਡੀਏਪੀ, ਲੇਕਿਨ ਨਾਈਟਰੋ ਰੈਗੂਲਰ ਰਹੀ ਹੈ। ਇਹ ਕਿੰਨੇ ਦਿਨ? ਹਰ 8ਵੇਂ ਦਿਨ। ਹਰ 8ਵੇਂ ਦਿਨ ਕਿੰਨੀ ਨਾਈਟ੍ਰੋਫਾਸ ਪਾਉਂਦੇ ਸੀ? ਇਹ ਜੀ ਅਸੀਂ ਅੱਧੀ ਬੋੜੀ ਪਾਉਂਦੇ ਰਹੇ 1 ਏਕੜ। 1 ਏਕੜ ਨੂੰ 8 ਦਿਨੀ 25 ਕਿਲੋ ਪਾਉਂਦੇ ਰਹੇ। ਬੜੀ ਖਾਦ ਪਾਈ ਜੀ ਤੁਸੀਂ। ਤੇ ਵਿੱਚ ਇੱਕ ਵਕਫਾ ਆ ਜਾਂਦਾ ਸੀ। ਅਸੀਂ ਇੱਕ ਵਾਰੀ 15 ਦਿਨ ਪਾਈ ਦੀ ਸੀ, ਇੱਕ ਵਾਰੀ 8 ਦਿਨ ਬਾਅਦ, 1 ਹਫ਼ਤੇ ਬਾਅਦ। ਸਪਰੇ ਵੀ ਨਾਲ ਕਰਦੇ ਰਹੇ। ਸਪਰੇ ਕਾਦੀ ਕਰਦੇ ਸੀ? ਮੁਖਤਲਿਫ ਕਰਦੇ ਰਹੇ ਜੀ।
ਇਲੀਅਟ ਕਰਦੇ ਰਹੇ ਆ ਪਹਿਲੇ, ਟੈਪਸਨ ਵੀ ਕੀਤੀ ਹੈ। ਬਿਮਾਰੀ ਆਈ ਤੇ ਜਾਂ ਐਵੇਂ ਹੀ ਕਰੀ ਜਾਂਦੇ ਸੀ? ਨਹੀਂ ਐਵੇਂ ਹੀ ਕਰੀ ਜਾਂਦੇ ਸਾਂ ਇhtiyatan। ਨਹੀਂ ਫੰਗਸ ਆਇਆ ਸੀ ਉਦੋਂ। ਫੰਗਸ ਐਸੀ ਕਿਸ ਪੌਦੇ ਨੂੰ, 2-4 ਪੌਦੇ ਨੂੰ ਐਸੀ ਮੈਕਸਿਮਮ। ਅੱਛਾ ਸੀ ਕਰਦੇ, ਮੈਂ ਕਿਹਾ ਸ਼ਾਇਦ ਉਹ ਕਹਿੰਦੇ ਨੇ ਖੁਸਰਿਆਂ ਦੇ ਮੁੰਡਾ ਜੰਮ ਪਿਆ ਉਹਨਾਂ ਨੂੰ ਚੁੰਮ ਹੀ ਮਾਰ ਦਿੱਤਾ। ਨਹੀਂ ਉਹ ਗੱਲ ਨਹੀਂ ਸੀ। ਹਾਂਜੀ ਉਹ ਇੱਕ ਹੋਰ ਵੀ ਹੈ ਜੀ ਡਾਕਟਰ ਸਾਹਿਬ ਨੇ ਕਿਹਾ ਸੀ। ਅੱਛਾ ਡਾਕਟਰ ਸਾਹਿਬ ਦੇ ਮਸ਼ਵਰੇ ਡਾਕਟਰ ਸਾਹਿਬ ਰਿਕਮੈਂਡ ਕਰਦੇ। ਕਿਹੜੇ ਡਾਕਟਰ ਸਾਹਿਬ? ਡਾਕਟਰ ਸ਼ੇਖ ਮੁਹੰਮਦ ਅਸ਼ਰਫ ਸਾਹਿਬ। ਸ਼ੇਖ ਮੁਹੰਮਦ ਅਸ਼ਰਫ ਸਾਹਿਬ ਦੇ, ਠੀਕ ਹੈ ਜੀ। ਹਾਂਜੀ ਸਹੀ। ਤੇ ਇੰਨਾ ਕੁਝ ਕਰਨ ਦੇ ਬਾਵਜੂਦ ਮੈਨੂੰ ਨਜ਼ਰ ਆਣ ਡਿਆ ਬੂਟਾ ਇਹ ਆ ਜਿਹੜਾ ਇਹਦੇ ਤਾਂ ਪੱਤੇ ਫਿਰ ਚੁੜਨ ਮੁੜੜ ਹੋਏ ਆ। ਜਿਹੜੀ ਨਾ ਮੁਰਾਦ ਬਿਮਾਰੀ ਹੈ, ਲੇਕਿਨ ਫਰੂਟ ਵੇਖੋ ਥੱਲੇ ਕਿੰਨਾ ਨੇ ਲਿਆ ਹੈ ਮਾਸ਼ਾਅੱਲਾ। ਇਹ ਵਾਇਰਸ ਇਹਨੂੰ ਹੀ ਕਹਿੰਦੇ ਆ? ਇਹਨੂੰ ਹੀ ਵਾਇਰਸ ਕਹਿੰਦੇ ਨੇ ਜੀ, ਬੜਾ ਨਾਮ ਮੁਰਾਦ ਹੈ। ਅੱਛਾ ਜੀ। ਜਿਹੜਾ ਕੋਰਲ ਵਾਇਰਸ ਹੈ, ਲੇਕਿਨ ਫਰੂਟ ਇਹਨੂੰ ਵੀ ਲੱਗਾ ਹੈ। ਸੀਐਲ ਵੀ ਜਿਹੜਾ ਕੋਰਲ ਵਾਇਰਸ ਹੈ, ਫਰੂਟ ਲੱਗਾ ਹੈ ਬੜਾ ਸੋਹਣਾ ਇਹਨੂੰ ਵੀ ਜੀ। ਇਨਸ਼ਾਅੱਲਾ ਅੱਛੀ ਐਵਰੇਜ ਹੈ। ਔਰ ਅੱਛਾ ਇਹ ਉੱਪਰ ਵੀ ਫੁੱਲ ਨਿਕਲ ਰਹੇ ਆ ਜੀ? ਨਿਕਲਦੇ ਜਾ ਰਹੇ ਨੇ, ਨਿਕਲਦੇ ਜਾ ਰਹੇ ਨੇ। ਹਾਂਜੀ ਇਹ ਫੁੱਲ ਜਿਹੜੇ ਨਿਕਲ ਰਹੇ ਆ। ਇਹ ਵੀ ਫਰੂਟ ਬਣੇਗਾ ਇਨਸ਼ਾਅੱਲਾ। ਠੀਕ ਹੋ ਗਿਆ ਜੀ। ਅੱਛਾ ਜੀ। ਤੇ ਗਰੋਥ ਤੇ ਨਹੀਂ ਕਰਨੀ ਔਰ ਇਨਸ਼ਾਅੱਲਾ ਤਾਲਾ ਜਿਹੜਾ ਫਰੂਟ ਥੱਲੇ ਫਲਾਵਰ ਲੱਗ ਗਿਆ ਲੇਕਿਨ ਤੁਹਾਡੇ ਬਾਗ 'ਚ ਬਹੁਤ ਘੱਟ ਆ ਇਹ ਪੌਦੇ ਜਿਹੜੇ ਆ ਬਿਮਾਰੀਆਂ। ਬਹੁਤ ਅੱਛਾ ਜੀ। ਨਹਿਰੀ ਪਾਣੀ ਤੇ ਟਿਊਬਲ ਦਾ ਮਿਲਾ ਕੇ ਵੀ ਦਿੰਦੇ ਰਹੇ। ਅੱਛਾ ਜੀ। ਦਵਾਈਆਂ ਪਾਉਂਦੇ ਰਹੇ ਔਰ ਟੈਂਕੀ ਨਾਲ ਟੂਟੀ ਖੋਲ ਦੇਣੀ ਵੀ ਉਹ ਵਿੱਚ ਮਿਕਸ ਹੁੰਦਾ ਰਹੇ। ਠੀਕ ਹੈ ਜੀ। ਇਸ ਤਰ੍ਹਾਂ ਵੀ ਇਹਨੂੰ ਫਾਇਦਾ ਹੁੰਦਾ ਰਹੇ। ਨਹਿਰੀ ਪਾਣੀ ਦੀ ਬੜੀ ਤਾਕਤ ਹੈ ਜੀ। ਇੱਥੇ ਤੱਕ ਤੁਸੀਂ ਪਹੁੰਚੇ ਆ ਅੱਲਾ ਦਿੱਤਾ ਸਾਹਿਬ, ਤੁਸੀਂ ਹੁੰਨੇ ਫਾਰਮ ਤੇ? ਜੀ ਜੀ ਹਾਂਜੀ ਕਿਉਂਕਿ ਉਮਰ ਦਰਾਜ਼ ਸਾਹਿਬ ਤੇ ਬਾਹਰ ਹੁੰਦੇ ਆ। ਜੀ ਬਾਹਰ ਦੁਬਈ ਤੇ ਸੀ। ਹਾਂਜੀ ਤੇ ਇੱਥੇ ਤੱਕ ਤੁਸੀਂ ਪਹੁੰਚੇ ਆ ਮੁਤਮਿਨ? ਇਨਸ਼ਾਅੱਲਾ ਜੀ ਬਹੁਤ ਅੱਛੀ। ਫਰੂਟ ਤਾਂ ਜਿਹੜਾ ਨਜ਼ਰ ਆ ਰਿਹਾ ਜੀ ਉਹ ਬਹੁਤ ਅੱਛਾ ਹੈ। ਹਾਂਜੀ ਹਾਂਜੀ। ਤੇ ਤੁਹਾਡੇ ਲਾਗੇ ਮਾਰਕੀਟ ਕਿਹੜੀ ਹੈ, ਕਿੱਥੇ ਵੇਚੋਗੇ? ਅਸੀਂ ਜੀ ਸਾਡੇ ਕੋਲ ਸਦਾਰ ਮੰਡੀ ਫੈਸਲਾਬਾਦ ਵੀ ਹੈ ਹਾਂਜੀ ਤੇ ਉਸ ਤੋਂ ਬਾਅਦ ਲਾਹੌਰ ਵੀ ਅਸੀਂ ਗੁਜਰਾਲਾ ਵੀ ਸੁਣਿਆ ਜੀ, ਮਸ਼ਹੂਰੀ ਬੜੀ ਹੈ। ਹਾਂਜੀ। ਨਵੇਂ ਕਾਸ਼ਤਕਾਰਾਂ ਵਾਸਤੇ ਕੀ ਮਸ਼ਵਰਾ ਦਿੰਨੇ ਆ ਜਦੋਂ ਬਾਗ ਲਾਣਾ ਉਹਦੇ ਲਈ ਕੀ ਇhtiyat ਕਰਨੀ ਚਾਹੀਦੀ ਆ? ਇਹ ਜੀ ਆਪਣਾ ਨਵੇਂ ਬਾਗ ਲਾਉਣ ਵਾਸਤੇ ਉਹਨਾਂ ਨੂੰ ਬਿਹਤਰ ਤੇ ਇੱਕ ਆਪਣੀ ਜਿਹੜੀ ਹੈ ਨਾ ਨਰਸਰੀ ਖੁਦ ਉਗਾਉਣ। ਹਾਂਜੀ ਖੁਦ ਉਗਾਉਣ ਨਾਲ ਇਹ ਖਰਚਾ ਕਮ ਹੁੰਦਾ ਹੈ ਤੇ ਜੇ ਅਗਰ ਸਾਈਡ ਤੋਂ ਲੈ ਕੇ ਤੇ ਸ਼ਿਫਟ ਕਰਨ ਤੇ ਉਹ ਖਰਚਾ ਜ਼ਿਆਦਾ ਆਵੇਗਾ ਜੀ। ਟਰਾਂਸਪੋਰਟੇਸ਼ਨ ਦਾ ਵੀ ਆ ਜਾਂਦਾ ਹੈ, ਪੌਦੇ ਵੀ ਮਹਿੰਗੇ ਮਿਲਦੇ ਆ, ਰਸਤੇ 'ਚ ਪੌਦੇ ਕੁਝ ਜ਼ਾਇਆ ਵੀ ਹੋ ਜਾਂਦੇ ਆ। ਠੀਕ ਹੈ ਜੀ। ਅਗਰ ਉਹ ਖੁਦ ਉਗਾਉਣਗੇ ਜੀ ਤੇ ਉਹਨਾਂ ਦੀ ਖਰਚਾ ਵੀ ਘੱਟ ਆਵੇਗਾ ਔਰ ਇੱਕ ਸ਼ਿਫਟ ਕਰਨ ਲੱਗਿਆਂ ਵੀ ਆਸਾਨੀ ਹੋਵੇਗੀ ਜੀ ਤੇ ਇੱਕ ਵੀ ਉਹ ਤਸੱਲਾ ਵੀ ਹੋ ਜਾਵੇ ਕਿ ਆਪਣਾ ਖੁਦ ਬੀਜ ਹੈ। ਅੱਛਾ ਜੀ। ਤੇ ਸਾਈਡ ਤੋਂ ਲੈਣ ਨਾਲ ਇੱਕ ਵੀ ਉਹ ਡਾਊਟ ਹੁੰਦਾ ਹੈ ਕਿ ਵੀ ਕਿਸ ਤਰ੍ਹਾਂ ਦਾ ਬੀਜ ਹੋਵੇਗਾ ਜਾਂ ਕਿਹੜੀ ਹੈ ਆਪਣਾ ਇਹ ਆਪਣੀ ਤਸੱਲੀ ਦਾ ਬੀ ਹੋਵੇ। ਅੱਛਾ ਇਹ ਜਿਹੜੀ ਤੁਸੀਂ ਨਰਸਰੀ ਲਾਈ ਆ ਜੀ ਜੀ ਉਹਦੇ ਵਿੱਚ ਜੀ ਕੀ ਕਰਨਾ ਪੈਂਦਾ? ਨਰਸਰੀ ਦਾ ਜੀ ਇਹ ਕਿ ਵੀ ਉਹਨੂੰ ਥੋੜਾ ਜਿਹਾ ਇੱਕ ਤਾਂ ਛੋਟੀਆਂ ਕਿਆਰੀਆਂ ਬਣਾਉਣੀਆਂ ਹੁੰਦੀਆਂ ਨੇ। ਮੇਰਾ ਖਿਆਲ ਬੈਠ ਕੇ ਗੱਲ ਕਰਦੇ ਇੱਥੇ ਧੁੱਪੇ ਕੀ ਹੈ ਤਾਂ ਹੁਣ ਬਹਿਣ ਵਾਲੀ ਗੱਲ ਹੈ। ਚਲੋ ਸ਼ਾਮੇ ਚੱਲਦੇ ਹਾਂ। ਅੱਛਾ ਜੀ ਮਲਕ ਸਾਹਿਬ ਅਸੀਂ ਗੱਲ ਕਰ ਰਹੇ ਸੀ ਉੱਥੇ ਇਹਦੇ ਵਾਇਰਸ ਕੰਟਰੋਲ ਕਰਨ ਲਈ ਕਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ? ਇਹਨੂੰ ਵਾਇਰਸ ਤੁਸੀਂ ਦੱਸੋਗੇ? ਹਾਂਜੀ। ਜਿਹੜੀ ਇਸ ਦੀ ਵਾਇਰਸ ਦੀ ਸਪੈਸ਼ਲ ਡੋਜ਼ ਸੀ ਕੀਤੀ ਹੈ ਉਹ ਸਪਰੇ ਸੀ ਬਾਇਰ ਕੰਪਨੀ ਦੀ ਕਨਫੀਡੋਰ। ਹਾਂਜੀ ਇੱਕ ਬੋਤਲ ਉਹ 2 ਏਕੜ ਲਈ ਸੀ ਜੀ। ਹਾਫ ਬੋਤਲ ਸੀ ਕਰਦੇ ਨਾ 1 ਏਕੜ ਨੂੰ। ਹਾਂਜੀ ਡਾਕਟਰ ਅਸ਼ਰਫ ਸਾਹਿਬ ਦੀ ਰਿਕਮੈਂਡੇਸ਼ਨ ਸੀ। ਅੱਛਾ ਜੀ। ਔਰ ਸਡਨਲੀ ਵਾਇਰਸ ਸਟਾਪ ਹੋ ਗਿਆ ਸੀ। ਅੱਛਾ ਜੀ। ਜਿਹਨਾਂ ਲੱਗ ਚੁੱਕਿਆ ਸੀ ਲੱਗ ਤਾਂ ਚੁੱਕਿਆ ਸੀ ਲੇਕਿਨ ਉਸ ਤੋਂ ਅੱਗੇ ਫੈਲਿਆ ਨਹੀਂ। ਬਿਲਕੁਲ ਸਟਾਪ ਹੋ ਗਿਆ ਸੀ। ਉਸ ਤੋਂ ਬਾਅਦ ਇੱਕ ਡਾਕਟਰ ਸਾਹਿਬ ਨੇ ਜੀ ਉਹਨਾਂ ਨੇ ਇੱਕ ਐਪਲੀਕੇਸ਼ਨ ਸਾਡੇ ਕਰਵਾਤੀ ਜੀ। ਹੋਰ ਡਾਕਟਰ ਹੈ ਕੋਈ ਹਾਂਜੀ ਡਾਕਟਰ ਤਨਵੀਰ ਹਾਂਜੀ ਫ੍ਰੀ ਸਪਰੇ ਸਾਨੂੰ ਭੇਜ ਦਿੱਤੀ 2 ਮਹੀਨੇ ਬਾਅਦ। ਇਹ 15 ਦਿਨ ਪਹਿਲੇ ਦੀ ਗੱਲ ਹੈ ਜੀ। ਉਸ ਨਾਲ ਦੁਬਾਰਾ ਵਾਇਰਸ ਐਕਟਿਵ ਹੋ ਗਿਆ ਸੀ। ਅੱਛਾ ਫਿਰ ਡਾਕਟਰ ਅਸ਼ਰਫ ਨੇ ਰਿਕਮੈਂਡ ਕੀਤੀ ਸਾਨੂੰ ਇੱਕ ਸਪਰੇ ਨੋਵਾ ਸਟਾਰ FMC ਦੀ ਜੀ। ਉਹ ਅਸੀਂ ਕੀਤੀ ਉਸ ਨਾਲ ਫਿਰ ਸਟਾਪ ਹੋ ਗਿਆ। ਅੱਛਾ ਜੀ। ਹਾਂਜੀ ਠੀਕ। ਤੇ ਇਹ 2 ਮੇਨ ਹੈ ਸਨ। ਥੱਲੇ ਵੈਸੇ ਡਰੰਚ ਕੀਤੀ ਅਸੀਂ ਰੀਜੈਂਟ, ਉਹ ਵੀ ਬਾਇਰ ਕੰਪਨੀ ਦੀ, ਉਹ ਵੀ ਅੱਛੀ ਰੀਜੈਂਟ ਵੀ। ਉਹ ਡਰੰਚ ਕਿਸ ਤਰ੍ਹਾਂ ਕੀਤੀ ਸੀ? ਉਹ ਜੀ ਮਸ਼ੀਨ ਦੇ ਵਿੱਚ ਪਾ ਕੇ ਨਾ ਇੱਕ ਪੈਕਟ ਸੀ 1 ਏਕੜ ਦੇ ਹਾਂਜੀ ਉਹ ਡਿਵਾਈਡ ਕਰਕੇ 5 ਟੈਂਕੀਆਂ 'ਚ ਪਾ ਕੇ ਜਾਂ 4 'ਚ ਹਾਂਜੀ ਜਿੰਨੇ ਪਲਾਨ ਹਿਸਾਬ ਨਾਲ ਉਹ ਸੀ ਮੁੱਢ ਵਿੱਚ ਡਰੰਚ ਕਰਤੀ ਸੀ। ਡਰੰਚ ਹੀ ਮੈਂ ਪੁੱਛਦਾ ਕਿ ਉਹ ਸਪਰੇ ਕੀਤੀ ਸੀ ਜਾਂ ਸਪਰੇ ਮਸ਼ੀਨ ਨਾਲ? ਹਾਂਜੀ ਸਪਰੇ ਮਸ਼ੀਨ ਨਾਲ ਲੈ ਕੇ ਨਾ ਤੇ ਉਹ ਉੱਤੇ ਜੜਾਂ ਦੇ ਉੱਤੇ ਨਾ ਡਰੰਚ ਕੀਤੀ ਗਏ ਸੀ ਕਿ ਤਕਰੀਬਨ ਥੋੜੀ ਮਿਕਦਾਰ ਨਾਲ। ਯਾਨੀ ਇਹਨਾਂ ਦੇ ਮੁੱਢਾਂ ਦੇ ਆਲੇ ਦੁਆਲੇ। ਹਾਂਜੀ ਮੁੱਢਾਂ ਦੇ ਆਲੇ ਦੁਆਲੇ ਅਸੀਂ ਨਾ ਉਹ ਇੱਕ ਵਾਰੀ ਜਾੜਾ ਖਤਮ ਕਰਨ ਯਾਨੀ ਕਿ ਸਰਾਖ ਮਾਰ ਕੇ ਨਹੀਂ ਸੀ ਕੀਤੀ। ਤੇ ਛਾਪਰ ਵੀ ਪਾਇਆ ਹੈ, ਛਾਪਰ ਪਾ ਕੇ ਮੋਮੀ ਤੇ ਉਸ ਤੋਂ ਉਦੋਂ ਕੀਤੀ ਕਿ ਉਹ ਬੂਟੇ ਨੂੰ ਕੋਈ ਨੁਕਸਾਨ। ਬੜੀ ਮਿਹਨਤ ਕੀਤੀ ਹੈ ਇੰਨੇ ਬੂਟੇ ਇੱਕ ਪੈਲੀ ਚ ਜਦੋਂ ਵੀ ਅਸੀਂ ਕੀਤੀ ਹੈ ਅਸੀਂ ਪਹਿਲਾਂ ਕਵਰ ਕੀਤਾ ਛਾਪਰ ਨਾਲ। ਵਾਹ ਜੀ ਕਿ ਪੈਰਾਕੋਟ ਕੋ ਸਪਰੇ ਦੇ ਉੱਤੇ ਇਫੈਕਟ ਨਾ ਹੋਵੇ। ਛੋਟਾ ਜਦੋਂ ਪਲਾਂਟ ਸੀ ਕੀ ਬਾਤ ਹੈ। ਜਦੋਂ ਬੜਾ ਹੋ ਗਿਆ ਫਿਰ ਕੋਈ ਮਸਲਾ ਨਹੀਂ। ਤੁਹਾਨੂੰ ਤਾਂ ਫਿਰ ਇਸ਼ਕ ਸੀਗਾ ਇਹਦੇ ਨਾਲ। ਅਸੀਂ 10 ਬੰਦੇ ਲਾ ਕੇ ਛਾਪਰ ਦਿੰਦੇ ਸਾਂ ਤੇ ਤੁਹਾਡਾ ਪੌਦਾ ਤਾਂ ਫਿਰ ਸਿਹਤਮੰਦ ਹੋਣਾ ਹੀ ਸੀਗਾ। ਇੰਨੀ ਮਿਹਨਤ ਵੱਟੂ ਹੋ ਕੇ ਕਰ ਗਏ ਤੁਸੀਂ ਤਾਂ ਰਾਈਆਂ ਨੂੰ ਵੀ ਕੱਟ ਗਏ। ਵੇਖ ਲਓ ਸਰ ਬੜੀ ਗੱਲ ਵਾਕਿਆ ਸਾਰੇ ਪਪੀਤੇ ਨੂੰ ਅਸਾਂ ਇਸ਼ਕ ਕੀਤਾ ਜੀ। ਵਾਕਿਆ ਇਹ ਤੇ ਇਸ਼ਕ ਵਾਲੀ ਗੱਲ ਹੈ। ਹਾਂਜੀ ਤੁਹਾਡੇ ਸਾਹਮਣੇ ਤੋਂ ਨਜ਼ਰ ਆ ਰਿਹਾ ਹੈ ਹਾਂਜੀ ਕਿ ਹੁਣ ਦੁਪਹਿਰ ਮੇਕਅਪ ਕੀਤਾ। ਦੁਪਹਿਰ ਦਾ ਟਾਈਮ ਆ ਜੀ ਅੱਜ ਜੀ
9 ਤਰੀਕ ਆ ਸਤੰਬਰ ਦੀ ਤੇ ਮੁਹਰਮ ਦੀ ਵੀ ਅੱਜ 9 ਹੀ ਹੈ ਜੀ ਹਾਂ ਤੇ ਹਬਸ ਆ ਕਾਫੀ, ਪਰ ਨਾ ਇਸ ਵਾਸਤੇ ਥੋੜੇ ਥੋੜੇ ਕਮਲਾਏ ਲੱਗਦੇ ਆ ਗਰਮੀ ਦੀ ਵਜ੍ਹਾ ਤੋਂ। ਨਾਜ਼ੁਕ ਪੌਦਾ ਹੈ ਦੁਪਹਿਰ ਨੂੰ ਤੇ ਅਸਾਂ ਹੋ ਜਾਂਦਾ ਸੁਬਾਹ ਹਾਂਜੀ। ਸ਼ਾਮ ਬੜਾ ਤੇ ਬੜਾ ਸਿਹਤਮੰਦ ਬਾਗ ਆ ਜੀ। ਅੱਛਾ, ਤੁਸੀਂ ਕੁਝ ਹੋਰ ਦੱਸਣਾ ਚਾਹੋ ਨਵੇਂ ਕਾਸ਼ਤਕਾਰਾਂ ਨੂੰ? ਅਸੀਂ ਤੇ ਜੀ ਇਹ ਕਹਿੰਦੇ ਆ ਕਿ ਨਵੇਂ ਕਾਸ਼ਤਕਾਰ ਇਹਨਾਂ ਨੂੰ ਜ਼ਰੂਰ ਕਾਸ਼ਤ ਕਰਨ। ਅੱਛੀ ਇਹ ਬਾਗਾਤ ਹੈ ਔਰ ਇਹ ਕਿ ਵੀ ਇਹਦੇ ਪ੍ਰੋਫਿਟ ਵੀ ਅੱਛਾ ਹੈ ਤੇ ਇਹ ਕਿ ਵੀ ਖੁਦ ਥੋੜੀ ਜੀ ਕੇਅਰ ਬੰਦਾ ਕੋਸ਼ਿਸ਼ ਕਰੇ ਤੇ ਇਨਸ਼ਾਅੱਲਾ ਤਾਲਾ ਇੰਨਾ ਮੁਸ਼ਕਲ ਵੀ ਨਹੀਂ। ਅੱਲਾਹ ਤਾਲਾ ਬਰਕਤ ਦੇ ਜੀ। ਪ੍ਰੋਫਿਟ ਲਵਾਂਗੇ ਤੇ ਉਹ ਵੀ ਤੁਹਾਨੂੰ ਪੁੱਛਾਂਗੇ ਵੀ ਕਿੰਨਾ ਕੁ ਲਿਆ। ਜਿਹੜੀਆਂ ਤੁਸੀਂ ਆਪ ਪਨੀਰੀ ਲਾਈ ਹੈ, ਤੁਸੀਂ ਲਵਾਈ ਹੈ? ਜੀ ਉਹ ਲਿਫਾਫੇ ਭਰੇ, ਲਿਫਾਫਿਆਂ 'ਚ ਕਿਹੜੀ ਕਿਹੜੀ ਮਿੱਟੀ ਪਾਈ ਹੈ? ਅਸੀਂ ਜੀ ਇਹਦੇ ਵਿੱਚ ਭਾਲ ਪਾਈ ਸੀ ਅੱਛਾ, ਤੇ ਨਾਲ ਥੋੜਾ ਜਿਹਾ ਗੋਬਰ ਜਿਹੜਾ ਹੈ ਨਾ ਉਹ ਵੀ ਰਲਾ ਲਿਆ? ਉਹ ਵੀ ਰਲਾ ਲਿਆ, ਤਕਰੀਬਨ 10 ਤੋਂ 15% ਹਾਂਜੀ 20% ਤੱਕ। ਦੂਸਰੀ ਭਾਲ ਸੀ ਹਾਂਜੀ। ਤੇ ਉੱਤੇ ਪੀਟ ਮਾਸ ਜਿਹੜਾ ਹੈ ਨਾ ਉਹ ਰੱਖ ਕੇ ਉਹਦੇ ਦਰਮਿਆਨ ਇਹ ਬੀਜ ਰੱਖ ਦਿੱਤਾ ਗਿਆ। ਪੀਟ ਮਾਸ ਕਿੰਨਾ ਕਿੰਨਾ ਸੀ? ਪੀਟ ਮਾਸ ਇਹ ਤਕਰੀਬਨ 1.5 ਤੋਂ 2 ਇੰਚੀ ਤੱਕ ਸੀ। ਅੱਛਾ ਜੀ। ਇਹ ਅੱਧੀ ਪੌਣੀ ਇੰਚੀ ਥੱਲੇ ਰੱਖੀਦਾ ਹੈ, ਹਾਂਜੀ। ਸੈਂਟਰ ਦੇ ਵਿੱਚ ਬੀਜ ਰੱਖ ਦੇਣਾ ਔਰ ਅੱਧੀ 1 ਇੰਚੀ ਜਿਹੜਾ ਪੌਣੀ ਇੰਚੀ ਉੱਤੇ ਰੱਖ ਦੇਣਾ ਹੈ ਪੀਟ ਮਾਸ। ਅੱਛਾ ਜੀ ਤੇ ਉਸ ਤੋਂ ਉੱਤੇ ਇਹਨੂੰ ਸ਼ਾਵਰ ਕਰ ਦੇਣਾ ਹੈ ਪਾਣੀ ਨਾਲ, ਟੈਂਕੀ ਲੈ ਕੇ ਨਾ ਜੀ। ਉਹਦੇ ਨਾਲ ਸ਼ਾਵਰ ਕਰ ਦੇਣਾ ਹੈ ਤੇ ਇਸ ਤੋਂ ਅੱਗੇ ਅੱਲਾ ਦੀ ਜ਼ਾਤ ਪਾਕ ਅੱਛੀ ਕਰੋ। ਔਰ ਫਿਰ- ਜਰਮੀਨੇਸ਼ਨ ਵੀ ਸਾਡੀ ਅੱਛੀ ਹੋਈ ਸੀ ਅਲਹਮਦੁਲਿਲਾ। ਠੀਕ ਹੋ ਗਿਆ ਜੀ। ਜਰਮੀਨੇਸ਼ਨ ਅੱਛੀ ਹੋ ਗਈ, ਤੁਸੀਂ ਲਾਤਾ? ਹਾਂਜੀ, ਪਹਿਲੀ ਵਾਰੀ ਉਹਨੇ ਅਸੀਂ ਲਾਇਆ ਤੇ ਸਾਡੀ ਜਰਮੀਨੇਸ਼ਨ ਜੀ ਜਿਹੜੀ ਤਕਰੀਬਨ 80% ਹੋਈ ਹੈ। ਮਾਸ਼ਾਅੱਲਾ ਜੀ। 80% ਫੁੱਲ ਹੈ ਤਕਰੀਬਨ ਹੁੰਦੀ। ਜੀ, ਅੱਲਾਹ ਤਾਲਾ ਬਰਕਤ ਦੇ ਜੀ। ਔਰ ਗਾਹੇ ਬਗਾਹੇ ਤੁਹਾਡੇ ਨਾਲ ਰਾਬਤਾ ਰੱਖਾਂਗੇ ਤਾਂ ਕਿ ਦੂਸਰੇ ਨਵੇਂ ਕਾਸ਼ਤਕਾਰ ਜਿਹੜੇ ਆ ਉਹਨਾਂ ਦੀ ਤੁਸੀਂ ਰਹਿਨੁਮਾਈ ਕਰ ਸਕੋ। ਬਹੁਤ ਬਹੁਤ ਸ਼ੁਕਰੀਆ ਜੀ। ਕਿਸ ਨੇ ਅਗਰ ਹੁਣ ਸਾਡੇ ਨਾਲ ਅਸੀਂ- ਰਾਬਤਾ ਕਰਨਾ ਹਾਂਜੀ। ਹੋਵੇ ਕਰ ਸਕਦੇ ਤੇ ਅਸੀਂ ਬੈਠੇ ਹਾਂ ਇਸ ਵੇਲੇ ਮੁਲਕ ਪਾਕਿਸਤਾਨ ਦੇ ਵਿੱਚ ਤੇ ਪਾਕਿਸਤਾਨ ਦਾ ਇੱਕ ਨਾਰਾ ਹੋ ਜਾਏ। ਜੀ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਜਜ਼ਾਕ ਅੱਲਾ ਜੀ।